ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿਵੇਂ ਹੋ ਸਾਰੇ? ਵਧੀਆ। ਅੱਜ ਆਪਾਂ ਚੈਪਟਰ ਨੰਬਰ 21 ਜੋ ਹੈ ਉਹਨੂੰ ਕੰਟੀਨਿਊ ਕਰ ਰਹੇ ਹਾਂ। ਤੇ ਜਿਹੜਾ ਇਹ ਚੈਪਟਰ ਨੰਬਰ 21 ਆਪਣਾ ਹੈਗਾ ਉਸਦੇ ਵਿੱਚ ਦੋ ਟੌਪਿਕ ਆਪਣੇ ਹੋ ਚੁੱਕੇ ਨੇ। ਸੋ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਇਹੀ ਡਿਸਕਸ ਕਰ ਲੈਂਦੀ ਹਾਂ ਕਿ ਆਪਾਂ ਕੀ ਕੁਝ ਕਰ ਚੁੱਕੇ ਹਾਂ। ਆਪਾਂ ਨੂਮੈਰੀਕਲ ਜਿਹੜੇ ਸੋਲੂਸ਼ਨਸ ਨੇ ਉਹ ਡਿਸਕਸ ਕਰ ਲਏ, ਆਈਟਰੇਸ਼ਨ ਮੈਥਡ ਕਰ ਲਿਆ, यूटर-रैप्सन ਮੈਥਡ ਕਰ ਲਿਆ, ਰੇਟ ਆਫ ਕਨਵਰਜੈਂਸ ਕਰ ਲਿਆ, ਸੋਲੂਸ਼ਨ ਸਿਸਟਮ ਕਰ ਲਿਆ, ਗੌਸ ਐਲੀਮੀਨੇਸ਼ਨ ਮੈਥਡ, ਗੌਸ ਸੀਡਲ ਮੈਥਡ, ਇਹ ਸਾਰਾ ਕੁਝ ਆਪਾਂ ਕਰ ਚੁੱਕੇ ਹਾਂ। ਹੁਣ ਆਪਾਂ ਗੱਲ ਕਰਨ ਲੱਗੇ ਹਾਂ ਇਸ ਇੱਕ ਪਾਰਟਿਕੂਲਰ ਟੌਪਿਕ ਦੀ, ਜਿਹਨੂੰ ਆਪਾਂ ਬੋਲਦੇ ਹਾਂ ਫਿਨਾਈਟ ਡਿਫਰੈਂਸਸ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਹੀ ਕਰਾਂਗੇ ਫਿਨਾਈਟ ਡਿਫਰੈਂਸਸ ਨੂੰ ਹੀ ਡਿਸਕਸ ਕਰਾਂਗੇ, ਕਿਉਂਕਿ ਛੋਟਾ ਮੋਟਾ ਟੌਪਿਕ ਨਹੀਂ ਹੈ ਬਟ ਬਹੁਤ ਵਧੀਆ ਟੌਪਿਕ ਹੈ। ਵਧੀਆ ਕੁਐਸਚਨਸ ਇਹਦੇ ਵਿੱਚੋਂ ਕਵਰ ਹੁੰਦੇ ਨੇ ਔਰ ਵੈਰੀ ਵੈਰੀ ਇੰਪੋਰਟੈਂਟ ਹੈ। ਅਗਰ ਤੁਹਾਨੂੰ ਅੱਜ ਦੀ ਕਲਾਸ ਨਾ ਪਸੰਦ ਆਈ ਤਾਂ ਬਿਲਕੁਲ ਨਾ ਕਰਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ, ਬਟ ਜੇ ਪਸੰਦ ਆਉਂਦੀ ਹੈ ਤਾਂ ਤੁਹਾਡੀ ਡਿਊਟੀ ਬਣਦੀ ਹੈ ਕਿ ਤੁਸੀਂ ਇਸ ਨੂੰ ਲਾਈਕ ਵੀ ਕਰੋ, ਸ਼ੇਅਰ ਵੀ ਕਰੋ ਤੇ ਸਬਸਕ੍ਰਾਈਬ ਵੀ ਕਰੋ। ਮੈਥ ਮਾਸਟਰ ਅਕੈਡਮੀ ਦੀ ਤਿਆਰੀ ਕਰ ਰਹੇ ਹੋ ਤਾਂ ਬਹੁਤ ਮੋਸਟ ਵੈਲਕਮ। ਤੁਹਾਡੇ ਵਾਸਤੇ ਹੀ ਬਣਿਆ ਹੋਇਆ ਚੈਨਲ ਹੈ ਇਹ, ਮਾਸਟਰ ਕੈਡਰ ਵਾਸਤੇ ਹੀ ਬਣਿਆ ਹੋਇਆ ਚੈਨਲ ਹੈ ਰਾਈਟ ਔਨ। ਸਬਸਕ੍ਰਾਈਬ ਕਰ ਲਓ, ਸਭ ਕੁਝ ਅਵੇਲੇਬਲ ਮਿਲੇਗਾ, ਠੀਕ ਹੈ। ਚਲੋ ਸੋ ਸਮਾਂ ਨਹੀਂ ਬਰਬਾਦ ਕਰਦੇ, ਅੱਜ ਆਪਾਂ ਗੱਲ ਕਰਦੇ ਹਾਂ ਫਿਨਾਈਟ ਡਿਫਰੈਂਸਸ ਦੀ। ਫਿਨਾਈਟ ਡਿਫਰੈਂਸਸ ਜਿਹੜੀ ਗੱਲ ਹੈ ਉਹ ਮੈਂ ਕਰੂੰਗੀ ਇੰਟਰਪੋਲੇਸ਼ਨ ਤੋਂ ਸਟਾਰਟ, ਠੀਕ ਹੈ। ਹੁਣ ਆਪਾਂ ਇਸ ਨੂੰ ਪ੍ਰੋਪਰ ਵੇ ਨਾਲ ਸਮਝਦੇ ਹਾਂ। ਸਭ ਤੋਂ ਪਹਿਲਾਂ ਆਪਾਂ ਸਮਝਦੇ ਹਾਂ ਇੰਟਰਪੋਲੇਸ਼ਨ ਹੈ ਕੀ, ਕਿੱਥੇ ਇਹ ਯੂਜ਼ ਹੁੰਦਾ ਹੈ, ਕੀ ਹੈਗਾ, ਕੀ ਗੱਲਬਾਤ ਹੈ ਸਾਰੀ। ਹੁਣ ਮੈਂ ਤੁਹਾਨੂੰ ਫਾਰਮੂਲੇ ਦੱਸਣ ਲੱਗ ਜਾ ਤੇ ਫਿਰ ਤੁਸੀਂ ਕਹੋ ਹਾਂਜੀ ਸਾਨੂੰ ਸਮਝ ਆ ਗਿਆ, ਬਟ ਪਤਾ ਹੈ ਨਹੀਂ ਵੀ ਇਹ ਚੀਜ਼ ਆਈ ਕਿੱਥੋਂ ਹੈ ਫਿਨਾਈਟ ਡਿਫਰੈਂਸਸ ਦੇ। ਤੇ ਪਹਿਲਾਂ ਆਪਾਂ ਸਮਝਦੇ ਹਾਂ ਇਹ ਇੰਟਰਪੋਲੇਸ਼ਨ ਕੀ ਹੈ। ਜਦੋਂ ਮੈਂ ਤੁਹਾਨੂੰ ਕਹਿ ਰਹੀ ਹਾਂ ਆਪਾਂ ਨੂੰ ਇੱਕ ਡਾਟਾ ਦੇਤਾ, ਮੰਨ ਲਓ ਕੋਈ ਵੀ ਡਾਟਾ ਦਿੱਤਾ ਹੋਇਆ ਔਰ ਉਸਦੀ ਮੈਨੇ ਕੀ ਕਰਨੀ ਹੈ, ਵੈਲਿਊ ਫਾਈਂਡ ਆਊਟ ਕਰਨੀ ਹੈ, ਤਾਂ ਉੱਥੇ ਜੋ ਹੈ ਉਹ ਇੰਟਰਪੋਲੇਸ਼ਨ ਯੂਜ਼ ਕੀਤਾ ਜਾਂਦਾ ਹੈ। ਹੁਣ ਉਹ ਵੈਲਿਊ ਮਿਸਿੰਗ ਵੀ ਹੋ ਸਕਦੀ ਹੈ, ਉਹ ਵੈਲਿਊ ਵਿੱਚ ਦੀ ਵੈਲਿਊ ਵੀ ਹੋ ਸਕਦੀ ਹੈ, ਕੁਝ ਵੀ ਹੋ ਸਕਦਾ ਹੈ। ਕੋਈ ਵੀ ਐਗਜ਼ਾਮਪਲ ਮੈਂ ਤੁਹਾਡੇ ਕੋਲ ਲੈ ਸਕਦੀ, ਠੀਕ ਹੈ। ਹੁਣ ਮੇਰੇ ਕੋਲ ਇੱਥੇ ਕੋਈ ਪਾਰਟਿਕੂਲਰ ਐਗਜ਼ਾਮਪਲ ਨਹੀਂ ਪਈ, ਬਟ ਹਾਂ ਐਜ਼ ਕੋਈ ਵੀ ਜੋ ਮੇਰੇ ਮਾਈਂਡ ਚ ਆਉਂਦੀ ਹੈ ਚਲੋ ਉਹਦੇ ਅਕੋਰਡਿੰਗ ਲੈ ਲੈਂਦੇ ਆ। ਮੰਨ ਲਓ ਤੁਹਾਨੂੰ ਦਿੱਤਾ ਹੋਇਆ 2000, 2005, 2010, 2015, 2020, ਇਹ ਮੈਨੂੰ ਕੁਝ ਡਾਟਾ ਦਿੱਤਾ ਹੋਇਆ ਹੈ। ਕਹਿੰਦੇ ਸਾਰੇ ਸਾਲ ਨੇ, ਇਹ ਕੁਝ ਇਅਰਸ ਨੇ, ਪਰ ਇਹਨਾਂ ਇਅਰਸ ਦੇ ਵਿੱਚ ਨਾ ਕੁਝ ਪੋਪੂਲੇਸ਼ਨ ਸੀ। ਪੋਪੂਲੇਸ਼ਨ ਕੁਝ ਵੀ ਹੋ ਸਕਦੀ ਹੈ, 10 ਹੋ ਸਕਦੀ ਹੈ, 50 ਹੋ ਸਕਦੀ ਹੈ, 60 ਹੋ ਸਕਦੀ ਹੈ। ਮੈਂ ਤੇ ਕੋਈ ਐਕੂਰੇਟ ਡਾਟਾ ਤੁਹਾਡੇ ਸਾਹਮਣੇ ਰਿਪਰੈਜ਼ੈਂਟ ਨਹੀਂ ਕਰ ਰਹੀ, ਆਈ ਐਮ ਜਸਟ ਟੇਕਿੰਗ ਐਨ ਐਗਜ਼ਾਮਪਲ। ਇਹ ਸਾਰੀ ਪੋਪੂਲੇਸ਼ਨਸ ਨੇ ਇਹਨਾਂ ਇਅਰਸ ਦੇ ਅਕੋਰਡਿੰਗ। ਇੰਟਰਪੋਲੇਸ਼ਨ ਕੀ ਕੰਮ ਕਰਦਾ ਹੈ, ਮੈਂ ਤੁਹਾਨੂੰ ਡਾਟਾ ਦੇਤਾ, ਆ ਚੱਕੋ ਜੀ ਡਾਟਾ, ਤੁਸੀਂ ਕਿਹਾ ਠੀਕ ਹੈ। ਨਾਓ ਆਈ ਐਮ ਸੇਇੰਗ ਕਿ ਮੈਨੂੰ ਕੀ ਚਾਹੀਦਾ ਹੈ, 2003 ਦੀ ਪੋਪੂਲੇਸ਼ਨ ਚਾਹੀਦੀ ਹੈ। ਤੁਸੀਂ ਕਹੋਗੇ ਮੈਮ ਇਹ ਤਾਂ ਚੀਟਿੰਗ ਹੈ, ਤੁਸੀਂ 2000 ਦੀ ਗੱਲ ਕੀਤੀ, 5 ਦੀ ਗੱਲ ਕੀਤੀ, 10 ਦੀ ਕੀਤੀ, 15 ਦੀ ਕੀਤੀ, 20 ਦਾ ਸਾਡੇ ਕੋਲ ਡਾਟਾ ਹੈਗਾ, ਤੁਸੀਂ ਇਹਨਾਂ ਚ ਕੋਈ ਮੰਗੋ, ਤੁਸੀਂ ਤਾਂ 3 ਦਾ ਮੰਗ ਲਿਆ। 2003 ਦਾ ਤਾਂ ਸਾਡੇ ਕੋਲ ਐਕੂਰੇਟ ਨੰਬਰ ਹੈ ਹੀ ਨਹੀਂ। ਜਦੋਂ ਤੁਹਾਡੇ ਤੋਂ ਕਿਸੇ ਵੀ ਤਰੀਕੇ ਦੀ ਕੋਈ ਵੀ ਇਨਫੋਰਮੇਸ਼ਨ ਮੰਗੀ ਜਾਂਦੀ ਹੈ ਜੋ ਕਿ ਤੁਹਾਡੇ ਟੇਬਲ ਦੇ ਮਤਲਬ ਐਕੂਰੇਟ ਹੈ, ਬਿਲਕੁਲ ਡਾਟਾ ਇਸ ਤਰੀਕੇ ਨਾਲ ਹੀ ਤਿਆਰ ਕੀਤਾ ਜਾਂਦਾ, ਕੋਈ ਵੀ ਅਗਰ ਆਪਾਂ ਦੇਖਿਆ ਜਾਵੇ ਉਹ ਕਦੇ ਵੀ ਮਤਲਬ ਸਾਲ ਦੇ ਸਾਲ ਨਹੀਂ ਤਿਆਰ ਹੁੰਦਾ, ਤਾਂ ਉੱਥੇ ਤੁਸੀਂ ਆਪਾਂ ਕੀ ਕਰਾਂਗੇ, ਉੱਥੇ ਆਪਾਂ ਇੰਟਰਪੋਲੇਸ਼ਨ ਹੀ ਤਾਂ ਯੂਜ਼ ਕਰਦੇ ਹਾਂ। ਵੱਡੇ ਵੱਡੇ ਲੈਵਲ ਤੇ ਇਹੀ ਕੁਝ ਤਾਂ ਹੁੰਦਾ ਹੈ। ਹੁਣ ਜੇਕਰ ਮੈਂ ਤੁਹਾਨੂੰ ਕਹਾਂ ਕਿ ਮੇਰੇ ਕੋਲ ਨਾ ਸਾਰਾ ਕੁਝ ਸਹੀ ਹੈ ਬਟ ਇਹ ਮੈਨੂੰ ਇੱਥੇ ਕੁਝ ਕਰੈਕਸ਼ਨ ਕਰਨੀ ਪੈਣੀ ਹੈ, ਮੈਨੂੰ ਲੱਗਦਾ ਕਿ ਪ੍ਰੋਬਲਮ ਹੈ ਜਾਂ ਐਰਰ ਹੈ ਜਾਂ ਗਲਤੀ ਹੈ ਜਾਂ ਫਿਰ ਇਹ ਡਾਟਾ ਮੇਰਾ ਮਿਸਿੰਗ ਹੈ, ਇੱਥੇ ਹੈ ਹੀ ਨਹੀਂ। ਜਦੋਂ ਤੁਸੀਂ ਐਵੇਂ ਦੀ ਕਿਸੇ ਵੀ ਪ੍ਰੋਬਲਮ ਨੂੰ ਸੋਲਵ ਕਰਦੇ ਹੋ ਤਾਂ ਉੱਥੇ ਤੁਸੀਂ ਇੰਟਰਪੋਲੇਸ਼ਨ ਨੂੰ ਯੂਜ਼ ਕਰਦੇ ਹੋ। ਤੁਹਾਡੇ ਕੋਲ ਸੇਮ ਈਅਰ ਵੀ ਹੋ ਸਕਦਾ ਹੈ, ਹੋ ਸਕਦਾ ਤੁਹਾਡਾ ਡਾਟਾ ਮਿਸਿੰਗ ਹੋਵੇ 2020 ਦਾ, ਯੂ ਡੋਨਟ ਨੋ ਹਾਊ ਟੂ ਫਾਈਂਡ ਆਊਟ, ਠੀਕ ਹੈ, ਤਾਂ ਤੁਸੀਂ ਉੱਥੇ ਇੰਟਰਪੋਲੇਸ਼ਨ ਲਗਾਓਗੇ। ਮੈਂ ਤੁਹਾਡੇ ਕੋਲ ਇੱਕ ਵਿੱਚ ਦਾ ਸਾਲ ਮੰਗ ਲਿਆ, 2003 ਦਾ ਮੰਗ ਲਿਆ, 2007 ਦਾ ਮੰਗ ਲਿਆ, 2009 ਦਾ ਮੰਗ ਲਿਆ, ਉੱਥੇ ਤੁਸੀਂ ਇੰਟਰਪੋਲੇਸ਼ਨ ਲਗਾਓਗੇ। ਸਮਝ ਆਇਆ ਇੰਟਰਪੋਲੇਸ਼ਨ ਲੱਗਦੀ ਕਿੱਥੇ ਹੈ? ਯੈਸ ਔਰ ਨੋ, ਯੈਸ ਔਰ ਨੋ। ਹੁਣ ਇਨ ਜਨਰਲ ਜੇ ਮੈਂ ਤੁਹਾਨੂੰ ਕਹਾਂ ਕਿ ਜੋ ਮੇਰੇ ਕੋਲ y ਹੈ ਉਹ ਕਿਸੇ ਨਾ ਕਿਸੇ ਫੰਕਸ਼ਨ ਦੇ ਇਕੁਅਲ ਹੋਏਗਾ, ਬਟ ਇਸ ਚੀਜ਼ ਦਾ ਧਿਆਨ ਰੱਖਣਾ ਹੈ ਜੋ ਮੇਰੀ x ਦੀ ਵੈਲਿਊ ਹੈ ਉਹ ਮੇਰੀ x ਨੋਟ ਤੋਂ ਲੈ ਕੇ xn ਦੇ ਵਿੱਚ ਹੋਏਗੀ। ਧਿਆਨ ਨਾਲ ਦੇਖੋ, ਮੈਂ ਇੱਥੇ ਇਕੁਅਲ ਟੂ ਦਾ ਸਾਈਨ ਵੀ ਪਾ ਰਹੀ ਹਾਂ, ਇਕੁਅਲ ਵੀ ਹੋ ਸਕਦੀ ਹੈ ਔਰ ਵਿੱਚ ਤਾਂ ਹੋਏਗੀ ਹੀ ਹੋਏਗੀ। ਸਮਝ ਆਇਆ? ਜਿੱਥੇ ਮੇਰੇ ਕੋਲ x ਦੀ ਕੋਈ ਨਾ ਕੋਈ ਆਊਟਪੁੱਟ ਹੋਊਗੀ ਉਸ ਫੰਕਸ਼ਨ ਦੇ ਵਿੱਚ ਪੁੱਟ ਕਰਨ ਤੋਂ ਬਾਅਦ, ਠੀਕ ਹੈ, ਇੱਥੇ x1 ਨਹੀਂ ਲਿਖਾਂਗੇ। ਅਗਰ ਤੁਸੀਂ x ਨੋਟ ਪੁੱਟ ਕਰਦੇ ਹੋ ਤਾਂ ਤੁਹਾਡੇ ਕੋਲ ਆਊਟਪੁੱਟ ਆਉਂਦੀ ਹੈ y ਨੋਟ, x1 ਪੁੱਟ ਕਰਦੇ ਹੋ ਆਊਟਪੁੱਟ ਆਉਂਦੀ ਹੈ y1, x2 ਪੁੱਟ ਕਰਦੇ ਹੋ ਆਊਟਪੁੱਟ ਆਉਂਦੀ ਹੈ y2 ਐਂਡ ਅਪ ਟੂ ਸੋ ਔਨ xn ਪੁੱਟ ਕਰਦੇ ਹੋ ਆਊਟਪੁੱਟ ਆਉਂਦੀ ਹੈ yn। ਤਾਂ ਜਿਵੇਂ ਜਿਵੇਂ ਤੁਸੀਂ ਵੈਲਿਊਜ਼ ਨੂੰ ਪੁੱਟ ਕਰਦੇ ਹੋ ਉਵੇਂ ਉਵੇਂ ਤੁਹਾਡੇ ਕੋਲ ਆਊਟਪੁੱਟਸ ਆਉਂਦੀਆਂ ਜਾਂਦੀਆਂ ਨੇ। ਸੋ ਇਹ ਤੁਹਾਡੀਆਂ ਬੇਸਿਕ ਗੱਲਾਂ ਹੈਗੀਆਂ ਸੀ। ਨਾਓ ਵੀ ਵਾਂਟ ਟੂ ਟਾਕਿੰਗ ਅਬਾਊਟ ਦ ਗੱਲ ਕਿੱਥੋਂ ਹੁੰਦੀ ਹੈ। ਅਗਰ ਤੁਸੀਂ ਬਿਲਕੁਲ ਸਟਾਰਟਿੰਗ ਤੋਂ ਕੋਈ ਡਾਟਾ ਫਾਈਂਡ ਆਊਟ ਕਰਦੇ, ਜਿਵੇਂ ਕਿ ਮੇਰੇ ਕੋਲ ਇੱਥੇ ਡਾਟਾ ਦਿੱਤਾ ਹੋਇਆ ਸੀ, ਆ ਲੋ ਤੁਹਾਡੇ ਸਾਹਮਣੇ। ਇਫ ਆਈ ਐਮ ਸੇਇੰਗ ਕਿ 2003 ਮਤਲਬ ਸਟਾਰਟਿੰਗ ਤੋਂ ਤੁਸੀਂ ਫਾਈਂਡ ਆਊਟ ਕਰਨਾ, ਤਾਂ ਇੱਥੇ ਆਪਾਂ ਲਗਾਵਾਂਗੇ ਫੋਰਵਰਡ ਇੰਟਰਪੋਲੇਸ਼ਨ।
और जेकर मैं ਤੁਹਾਨੂੰ ਕਹਿ ਰਹੀ ਹਾਂ ਕਿ ਪਿੱਛੋਂ ਡਾਟਾ ਫਾਈਂਡ ਆਊਟ ਕਰਨਾ ਹੈ ਜਿਵੇਂ 2020 ਦਾ ਇਹ ਬੈਕਵਰਡ ਜੋ ਤੁਸੀਂ ਕਰ ਰਹੇ ਹੋ ਉੱਥੇ ਆਪਾਂ ਲਗਾਉਂਦੇ ਆ ਬੈਕਵਰਡ ਇੰਟਰਪੋਲੇਸ਼ਨ backward interpolation और जेकर मैं ਤੁਹਾਨੂੰ ਕਹਿ ਰਹੀ ਹਾਂ ਕਿ ਮੈਨੂੰ ਤਾਂ 2024 ਦਾ ਡਾਟਾ ਕੱਢ ਕੇ ਦਿਓ ਜੀ ਜਾਂ 2023 ਦਾ ਡਾਟਾ ਕੱਢ ਕੇ ਦਿਓ ਜੋ ਕਿ ਟੇਬਲ ਤੋਂ ਬਾਹਰ ਹੈ ਧਿਆਨ ਨਾਲ ਸੁਣੋ ਮੇਰੀ ਗੱਲ ਜੋ ਕਿ ਟੇਬਲ ਤੋਂ ਬਾਹਰ ਹੈ ਜਿੱਥੇ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਮੈਨੂੰ 2024 ਦਾ ਕੋ ਮੈਮ ਤੁਸੀਂ ਤਾਂ ਗੱਲ 2020 ਤੱਕ ਦੀ ਕੀਤੀ ਹੈ ਸਾਡੇ ਨਾਲ ਤਾਂ ਉੱਥੇ ਜਦੋਂ ਮੈਂ ਬਾਹਰ ਦਾ ਡਾਟਾ ਮੰਗ ਰਹੀ ਹਾਂ ਉੱਥੇ ਆਪਾਂ ਲਗਾਉਂਦੇ ਐਕਸਟ੍ਰਪੋਲੇਸ਼ਨ ਸਭ ਤੋਂ ਪਹਿਲਾਂ ਤਾਂ ਇਹ ਬੇਸਿਕ ਕਲੀਅਰ ਕਰ ਤੁਹਾਨੂੰ ਟੌਪਿਕ ਪਤਾ ਹੋਣਾ ਚਾਹੀਦਾ ਟੌਪਿਕ ਦੇ ਨਾਲ ਨਾਲ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਕੀ ਚੱਲ ਕੀ ਰਿਹਾ ਹੈ ਕੀ ਕਰ ਕੀ ਰਹੇ ਹਾਂ ਅਸੀਂ ਆ ਫਾਰਮੂਲੇ ਜਿਹੜੇ ਰੱਟ ਰਹੇ ਹਾਂ ਉਹ ਕਿੱਥੋਂ ਰੱਟ ਰਹੇ ਹਾਂ ਸਮਝ ਆਇਆ ਉਦੋਂ ਲੱਗਦਾ ਐਕਸਟ੍ਰਪੋਲੇਸ਼ਨ ਹੁਣ ਆਪਾਂ ਗੱਲ ਕਰ ਲੈਂਦੇ ਆ ਨੈਕਸਟ ਟੌਪਿਕ ਦੀ ਮੈਮ ਇਹ ਤਾਂ ਇੰਟਰਪੋਲੇਸ਼ਨ ਦੀ ਗੱਲ ਹੋ ਰਹੀ ਹੈ ਟੌਪਿਕ ਤਾਂ ਸਾਡਾ ਫਾਰਵਰਡ ਡਿਫਰੈਂਸਿਸ ਹੈ ਇਹ ਸਾਰਾ ਕੁਝ ਕਿਹਦੇ ਉੱਪਰ ਬੇਸਡ ਹੈ ਜਿਹੜੀ ਇਹ ਇੰਟਰਪੋਲੇਸ਼ਨ ਹੈ ਇਹ ਸਾਰਾ ਕੁਝ ਕਿਹਦੇ ਉੱਪਰ ਬੇਸਡ ਹੈ ਇਹ ਬੇਸਡ ਹੈਗਾ ਆਪਣੇ ਫਿਨਾਈਟ ਡਿਫਰੈਂਸਿਸ ਦੇ ਉੱਪਰ ਜਿਹੜੀ ਇਹ ਗੱਲ ਆਪਾਂ ਕਰ ਰਹੇ ਆ ਇਹ ਸਾਰਾ ਕੁਝ ਆਪਣਾ ਫਿਨਾਈਟ ਡਿਫਰੈਂਸਿਸ ਦੇ ਉੱਪਰ ਬੇਸਡ ਹੈ ਅਗਰ ਤੁਹਾਨੂੰ ਫਿਨਾਈਟ ਡਿਫਰੈਂਸਿਸ ਪਤਾ ਹੈ ਕਿ ਕਿਵੇਂ ਮੈਂ ਫਾਈਂਡ ਆਊਟ ਕਰ ਸਕਦੀ ਹਾਂ ਦੈਨ ਯੂ ਆਰ ਈਜ਼ੀਲੀ solve these type of questions ਜਿਹੜੇ ਕਿ ਇੰਟਰਪੋਲੇਸ਼ਨ ਦੇ ਅੰਡਰ ਆਉਂਦੇ ਨੇ ਤੁਸੀਂ ਫਾਰਵਰਡ ਕੱਢ ਲਓਗੇ ਬੈਕਵਰਡ ਕੱਢ ਲਓਗੇ ਐਕਸਟ੍ਰਪੋਲੇਸ਼ਨ ਕੱਢ ਲਓਗੇ ਇਹ ਤੁਹਾਡੇ ਸਿਲੇਬਸ ਦੇ ਵਿੱਚ ਨਹੀਂ ਹੈ ਇਹ ਸਿਰਫ ਬੇਸਿਕ ਹੈ ਔਰ ਇਹ ਸਾਰਾ ਜਿਹੜਾ ਡਿਪੈਂਡ ਕਿਹਦੇ ਉੱਪਰ ਕਰਦਾ ਹੈ ਫਿਨਾਈਟ ਡਿਫਰੈਂਸਿਸ ਦੇ ਉੱਪਰ ਕਰਦਾ ਹੈ ਸੋ ਜਿਹੜਾ ਆਪਣਾ ਮੇਨ ਟੌਪਿਕ ਹੈ ਜੋ ਇਹਦੇ ਉੱਪਰ ਬਣਿਆ ਹੋਇਆ that is finite differences ਹੁਣ ਆਪਾਂ ਗੱਲ ਕਰ ਲੈਂਦੇ ਆ ਫਿਨਾਈਟ ਡਿਫਰੈਂਸਿਸ ਦੀ ਕਿ ਫਿਨਾਈਟ ਡਿਫਰੈਂਸਿਸ ਦੇ ਵਿੱਚ ਮੈਮ ਅਸੀਂ ਕੀ ਕਰਨਾ ਹੈ ਔਰ ਕੀ ਛੱਡਣਾ ਹੈ ਤਾਂ ਫਿਨਾਈਟ ਡਿਫਰੈਂਸਿਸ ਦੇ ਵਿੱਚ ਕੁਝ ਨਹੀਂ ਛੱਡਣਾ ਕਿਉਂਕਿ ਅੱਛਾ ਖਾਸਾ ਟੌਪਿਕ ਪੂਰਾ ਦਾ ਪੂਰਾ ਤੁਹਾਡੇ ਦਿੱਤਾ ਹੋਇਆ ਹੈ ਔਰ ਆਪਾਂ ਸਾਰਾ ਕਰਨਾ ਹੈ ਫਿਨਾਈਟ ਡਿਫਰੈਂਸਿਸ ਤਿੰਨ ਟਾਈਪ ਦੇ ਹੁੰਦੇ ਆ ਫਰਸਟ ਸੈਕਿੰਡ ਐਂਡ ਥਰਡ ਠੀਕ ਹੈ ਪਹਿਲੀ ਕਿਹੜਾ ਹੁੰਦਾ ਜੀ ਫਾਰਵਰਡ ਡਿਫਰੈਂਸ ਜਿਹਨੂੰ ਆਪਾਂ ਪੜਾਂਗੇ ਸਮਝਾਂਗੇ ਦੂਸਰਾ ਹੁੰਦਾ ਹੈ ਬੈਕਵਰਡ ਡਿਫਰੈਂਸ और तीसरा सेंट्रल डिफरेंस अगर तुसी एक डिफरेंस अच्छे तरीके नाल समझ लिया मान लो तुसी कला फॉरवर्ड बहुत बढ़िया तरीके नाल समझ लिया ਤੁਹਾਨੂੰ ਬੈਕਵਰਡ ਤੇ ਸੈਂਟਰਲ ਬਿਨਾ ਸਮਝਾਏ ਹੀ ਸਮਝ ਆ ਜਾਣਗੇ ਬਹੁਤ ਵਧੀਆ ਤਰੀਕੇ ਨਾਲ ਸੋ ਜਿਹੜਾ ਆਪਣਾ ਪਹਿਲਾ ਟੌਪਿਕ ਆ ਉਹਨੂੰ ਐਵੇਂ ਸਮਝਿਓ ਜਿਵੇਂ ਬਸ ਤੁਹਾਨੂੰ ਬਿਲਕੁਲ ਜੋ ਵੀ ਤੁਹਾਡੇ ਪਹਿਲਾਂ ਮਾਈਂਡ ਦੇ ਵਿੱਚ ਫਿਕਸ ਹੈ ਕਿ ਹਾਂਜੀ ਇਹ ਹੁੰਦਾ ਉਹਨੂੰ ਇੱਕ ਵਾਰੀ ਸਾਈਡ ਤੇ ਰੱਖ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਸਮਝੋ ਤਾਂ ਅੱਜ ਆਪਾਂ ਗੱਲ ਕਰਨ ਲੱਗਿਆ ਸਭ ਤੋਂ ਪਹਿਲੀ ਫਾਰਵਰਡ ਮੈਂ ਵੀ ਕੋਸ਼ਿਸ਼ ਕਰੂੰਗੀ ਰਾਈਟਿੰਗ ਸੋਹਣੀ ਕਰਨ ਦੀ फॉरवर्ड डिफरेंस लो जी तो फॉरवर्ड डिफरेंस की गल कर लेने फॉरवर्ड डिफरेंस टेबल जिन्हों नहीं समझ आऊगा दस दी जाइए ना ठीक है दिक्कत किसी ने नहीं करनी टेबल की गल हो रही है इत्थे मैं तुहानू पहले ही मेंशन करदा आपां टेबल की हेल्प दे नाल इहनू समझांगे मान लो मेरे कोल वैल्यूज ने एक्स दी कुछ वैल्यूज होणगियां ओके हाँ जी एक्स दी कुछ वैल्यूज होंगियां ठीक है और कुछ वैल्यूज जो मैं उन्होंने फंक्शन च पुट करूंगी क्योंकि देयर इज नो डाउट कोई ना कोई फंक्शन तो मेरे को होगा तो मेरे को केड़ी वैल्यू आऊगी मेरे को y दी वैल्यू आऊ है ना क्योंकि मैं तुहानू स्टार्टिंग दे विच ही दसदा सी कि मेरे को कोई ना कोई फंक्शन होगा जिहदे विच मैं वैल्यूज नू पुट करूंगी y इज इक्वल्स टू फंक्शन ऑफ x अगर मैं फंक्शन दे विच x नॉट पुट कर रही हां तो जो मेरे को आउटपुट आ रहा वो मेरे को y नॉट होगा देयर इज नो डाउट उम्मीद करदी हां ये चीज बड़ी क्लीयरली तुहाडे माइंड दे विच क्लीयर होगी ठीक है सो हुण जेकर आपां गल करिए अगर आपां x नोट पुट कर रहे हैं तो मेरे को y नोट आउटपुट आ रही है x1 पुट कर रहे हैं मेरे को y1 आ रहा है x2 पुट कर रहे हैं मेरे को y2 आ रहा है x3 पुट कर रहे हैं मेरे को y3 आ रहा है और अगर x4 पुट कर रहे हैं मेरे को y4 आ रहा है अप टू सो ऑन ये चीज चलती ही जाऊगी रुकूगी नहीं ठीक है क्लियर है जी इत्थे तक किसी भी साथी नूं कोई भी डाउट हो दसो इत्थों तक किसी भी साथी को कोई भी डाउट होगा तो बेशक पूछ लो नहीं फिर दोबारा देख लो क्लास कोई डाउट होना नहीं चाहिए हुण अगे अगर आप गल करिए नैक्सट पॉइंट अपने कोल की है नैक्सट पॉइंट यही है भी आपने करना की है ठीक है देखो आपने कढ़ना फॉरवर्ड डिफरेंस जो मैं इन्हां दोनों का माइनस कर रही हूं दोबारा ध्यान नाल सुनो मैं इन्हां दोनों का माइनस कर रही हूं आई एम सबट्रैक्टिंग y नॉट फ्रॉम y1 ता मेरे को की आ रहा फॉरवर्ड y नॉट और जो मैं इन्हां दोनों का डिफरेंस कट रही हूं मैं y2 दे विचों y1 नु माइनस कर रही हूं तो मेरे को आ रहा फॉरवर्ड y1
अगर मैं इन्हां दोनों का माइनस कर रही हूं, मैं की कर रही हूं y3 ਦੇ ਵਿੱਚੋਂ y2 माइनस कर रही हूं ਤਾਂ ਮੇਰੇ ਕੋਲ ਕੀ ਆ ਰਿਹਾ ਫੋਰਵਰਡ y2। ਇਹਨਾਂ ਦੋਨਾਂ ਦਾ ਮਾਈਨਸ ਕਰ ਰਹੀ ਹਾਂ ਮੈਂ y4 ਦੇ ਵਿੱਚੋਂ y3 ਮਾਈਨਸ ਕਰ ਰਹੀ ਹਾਂ ਤਾਂ ਮੇਰੇ ਕੋਲ ਆਨਸਰ ਆ ਰਿਹਾ ਫੋਰਵਰਡ y3। और इन्हां सारियां नूं मैं इन जनरल नाम देना चाहांगी फॉरवर्ड y ਦਾ क्योंकि ਇੱਥੇ ਜਿਹੜਾ मैं पहली वारी ऑफ फॉरवर्ड ऑपरेटर है ਜਿਹੜਾ ਉਹ ਲਗਾਇਆ है। समझ आ गया सारियां नूं? ਇੱਥੋਂ तक किसी भी साथी ਨੂੰ कोई भी प्रॉब्लम होवे कुछ नहीं किया सिर्फ ਤੇ सिर्फ सिंपल माइनस किया। हुण यही काम मैं दोबारा कर रही हूं, दोबारा फॉरवर्ड लगा रही हूं। मैं कोशिश करती हूँ ਤੁਹਾਨੂੰ ਇੱਕ ਵਾਰੀ ਇੱਥੋਂ ਤੱਕ ਐਕਸਪਲੇਨ ਕਰਨ ਦੀ, ਇੱਥੋਂ ਤੱਕ ਐਕਸਪਲੇਨ ਕਰਨ ਦੀ ਇੱਕ ਵਾਰੀ ਮੈਂ ਪ੍ਰੋਪਰਲੀ ਕੋਸ਼ਿਸ਼ ਕਰਦੀ ਹਾਂ ਫਿਰ ਅੱਗੇ ਵਧਾਂਗੇ। ਦੇਖੋ ਮੈਨੇ ਇੱਥੇ ਕੀ ਕੀਤਾ, मैंने ਕਿਹਾ मैंने फॉरवर्ड y नोट ਕੱਢਿਆ। ठीक है किवें ਕੱਢਿਆ मैंने y1 ਦੇ ਵਿੱਚੋਂ ਜਦੋਂ मैंने y नोट माइनस ਕੀਤਾ ਧਿਆਨ ਨਾਲ ਦੇਖੋ ਇੱਥੇ ਜਦੋਂ मैंने y1 ਦੇ ਵਿੱਚੋਂ y नोट माइनस ਕੀਤਾ ਤਾਂ ਮੇਰੇ ਕੋਲ ਕੀ ਆਇਆ फॉरवर्ड y नोट आया। ਤੇ ਇਸ ਚੀਜ਼ ਦਾ ਧਿਆਨ ਰੱਖਣਾ ਹੈ, ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਮੇਰੇ ਕੋਲ ਜਦੋਂ ਮੈਂ ਫॉरवर्ड ਕੱਢ ਰਹੀ ਹਾਂ ਤਾਂ मैं एक स्टेप अगे जाऊंगी। पहला मैं एक स्टेप अगे गई, मैं 1 ਤੇ पहुंच गई, फिर मैंने ਉਹਦੇ ਵਿੱਚੋਂ y नोट माइनस करता वापस ਉੱਥੇ ही आ गई। अगर मैं फॉरवर्ड y4 ਕੱਢ ਰਹੀ ਹਾਂ ਤਾਂ ਇਹਦਾ ਮਤਲਬ ਸਾਫ਼-ਸਾਫ਼ ਇਹੀ ਹੈ मैं एक स्टेप अगे जाना है मतलब y5 माइनस y4। ਤੁਹਾਨੂੰ ਕਹਤਾ ਮੈਡਮ ਸਾਨੂੰ ਤਾਂ फॉरवर्ड y5 ਕੱਢ ਕੇ ਦਿਖਾਓ, ਤੁਸੀਂ ਕਹੋਗੇ ਪਹਿਲਾਂ मैं एक स्टेप अगे गई फिर उस दे विच मैं वापस उत्थे ही आ गई। सो दिस इज द वे हाउ यू कैन फाइंड द फॉरवर्ड। इन जनरल मैं इत्थे लिख रही हां इन जनरल यू कैन से कि जेकर मैं फॉरवर्ड yn+1 कढ रही हां, सॉरी फॉरवर्ड yn कढ रही हां, हाँ जी फॉरवर्ड n कढ रही हां, तो मतलब की है, मतलब साफ-साफ है, ਇਹਦਾ मतलब हैगा एक स्टेप अगे जाना मतलब yn+1 और उसदे विचों yn ਨੂੰ माइनस करना। दिस इज द जनरल फॉर्मूला फॉर द फॉरवर्ड विच इज वेरी 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 इंपॉर्टेंट। अगर ਤੁਹਾਨੂੰ ਇਹ ਚੀਜ਼ ਕਲੀਅਰ ਹੋ ਜਾਂਦੀ ਹੈ ਤਾਂ ਤੁਹਾਨੂੰ ਕਿਤੇ ਨਾ ਕਿਤੇ ਦੁਬਾਰਾ ਪ੍ਰੋਬਲਮ ਨਹੀਂ ਆਊਗੀ। ठीक है ਅੱਗੇ ਵਧਦੇ ਹਾਂ। ਹੁਣ ਇਸ ਦੇ ਸੈਕੰਡ ਸਟੈਪ ਤੇ ਹੁਣ ਮੈਂ ਫॉरवर्ड ਦੁਬਾਰਾ ਲਗਾ ਰਹੀ ਹਾਂ। ਧਿਆਨ ਨਾਲ ਦੇਖੋ ਹੁਣ ਮੈਂ ਫॉरवर्ड ਜਦੋਂ ਦੁਬਾਰਾ ਲਗਾਉਂਗੀ ਤਾਂ ਉਹਨੇ ਕੀ ਹੋ ਜਾਣਾ ਹੈ ਸਕੁਅਰ ਹੋ ਜਾਣਾ ਹੈ, ਉਹਨੇ ਕੀ ਹੋ ਜਾਣਾ ਹੈ ਸਕੁਅਰ ਹੋ ਜਾਣਾ ਹੈ। ਹੁਣ ਅਗਰ ਮੈਂ ਤੁਹਾਡੇ ਸਾਹਮਣੇ ਇੱਥੇ ਲਿਖ ਰਹੀ ਹਾਂ, ਅਗਰ ਮੈਂ ਤੁਹਾਡੇ ਸਾਹਮਣੇ ਇੱਥੇ ਲਿਖ ਰਹੀ ਹਾਂ ਕਿ ਇਹਨਾਂ ਦੋਨਾਂ ਦਾ ਸਬਟ੍ਰੈਕਟ ਕਰਨ ਤੋਂ ਬਾਅਦ ਮੇਰੇ ਕੋਲ ਕੀ ਆਊਗਾ ਫॉरवर्ड y1 माइनस फॉरवर्ड y नॉट, ਇਹਦਾ ਮਤਲਬ ਮੇਰੇ ਕੋਲ ਕੀ ਹੈ फॉरवर्ड स्क्वायर y नॉट। अगर मैं दोनों का माइनस कर रही हूं इट मींस फॉरवर्ड स्क्वायर y1। अगर मैं दोनों का माइनस कर रही हूं इट मींस आई एम गेटिंग फॉरवर्ड स्क्वायर y2। क्योंकि इत्थे मैं की कर रही हूं दो बारी फॉरवर्ड लगा रही हूं, दो बारी फॉरवर्ड लगाने का रीजन की है, द रीजन यही है कि मेरे को की हो रहा है फॉरवर्ड स्क्वायर हो रहा है। ठीक है हुण अगर मैं दोबारा लगाऊंगी तो मेरे को की हो जाएगा फॉरवर्ड क्यूब हो जाएगा। हुण फॉरवर्ड क्यूब दे विच की होगा मैम वेरी क्लियर कि अगर तुसीं इन्हां दोनों दा माइनस करोगे स्क्वायर ते लगाओगे दोबारा लगाओगे एक बारी होर उन्हें क्यूब हो जाना है और मेरे को कितना होगा फॉरवर्ड क्यूब y नॉट। तुसीं एक चीज नोटिस कर रहे हो इत्थे फॉरवर्ड क्यूब y1 मैं हमेशा ऊपर वाला लिख रही हूं, हमेशा मैं ऊपर वाला लिख रही हूं। ठीक है सो आगे चलते हैं लास्ट बट नॉट द लिस्ट। इत्थे मेरे को क्या आ गया फॉरवर्ड पावर 4। फॉरवर्ड पावर 4 का मतलब की है वेरी क्लियर। अगर मैं इन्हां दा माइनस कर रही हूं तो मेरे को कितना आ रहा है फॉरवर्ड पावर 4 y नॉट। तुसी एक चीज इत्थे ये नोटिस करो मैं जो तुहानू हाईलाइट करना चाहती हां कि दीज वैल्यूज आर ऑल अबाउट द y नॉट विच इज वेरी वेरी इंपॉर्टेंट कि अपने कोले इन्हां सारियां टर्म्स दी इंपॉर्टेंस ही अलग लेवल दी है, इंपॉर्टेंस ही अलग लेवल दी है, बहुत ज्यादा इंपॉर्टेंट है जी ये चीजां। क्यों चीजें ही इंपॉर्टेंट ने देखो चलो मैं थोड़ा एक बारी कट के दिखाता समझ आ गया। हुण मैं तुहानू दो बारी कट के दिखानी है। इफ आई एम सेइंग कि मैंने की किया फॉरवर्ड स्क्वायर y कुछ भी लगा लो नोट कटिया, फॉरवर्ड स्क्वायर y नोट कटन का मतलब की है एक स्टेप अगे गए मतलब मैं फॉरवर्ड y1 दे विचों फॉरवर्ड y नोट कट रही हूं। तुसीं इसनूं एवें भी लिख सकते हो अगर मैं फॉरवर्ड स्क्वायर y1 कट रही हूं तो इसका मतलब की आ गया मैं फॉरवर्ड y2 दे विचों फॉरवर्ड y1 माइनस कर रही हूं। अगर मैं फॉरवर्ड स्क्वायर 5 स्क्वायर y5 कट रही हूं इट मीन्स टू से मैं फॉरवर्ड y6 दे विचों फॉरवर्ड y5 माइनस कर रही हूं। सो इन जनरल यू कैन इजीली से सेम फॉर्मूला कि जो मैं पावर की गल करदी हां फॉरवर्ड स्क्वायर yn मैं फाइंड आउट करना है। सो मैं फॉरवर्ड yn+1 माइनस फॉरवर्ड yn की गल कर रही हां। सो पहली चीज तो यह ठीक है। हुण इहनूं होर तरीके नाल भी सोल्व किया जा सकता है। किवें सोल्व किया जा सकता है अगर मैं कहां कि मैम मैंने तां ना इहनूं प्रॉपरली सोल्व करना है, मैनूं फॉरवर्ड दूर दूर तक नहीं चाहिए मेरे आंसर दे विच। ठीक है मैनूं फॉरवर्ड दूर दूर तक नहीं चाहिए मेरे आंसर दे विच। खैर वो गल भी आपां करांगे पर थोड़ा जिहा अगे आ जांदे
ਹੁਣ ਮੈਂ ਕਿਊਬ ਦੀ ਗੱਲ ਕਰ ਲੈਂਦੀ ਹਾਂ। ਫੋਰਵਰਡ y ਕਿਊਬ ਮੈਨੇ ਫਾइंड आउट करना ਤਾਂ ਇਹ ਕਿਵੇਂ ਹੋਊਗਾ ਫੋਰਵਰਡ ਸਕੁਅਰ y1 ਮਾਈਨਸ ਫੋਰਵਰਡ ਸਕੁਅਰ y0 मतलब ਜੇਕਰ ਮੈਂ ਕਿਊਬ ਦੀ ਗੱਲ ਕਰ ਰਹੀ ਹਾਂ ਤਾਂ ਮੇਰੇ ਕੋਲ ਸਕੁਅਰ ਆ ਗਿਆ। जब मैं पावर 2 की गल कर रही सी तो मेरे को पावर 1 सी। इफ आई एम टॉकिंग अबाउट द पावर 4 तो इतने मेरे को की हो जाएगा क्यूब हो जाएगा। सो इन जनरल मेनू कुछ ना कुछ नजर आ रहा है की नजर आ रहा है मेनू नजर आ रहा है कि मेरे को पावर जिन्नी मर्जी होवे अगर मेरे को इतने पावर r+1 है और इतने yn है तो मेरे को की हो जाएगी फॉरवर्ड की पावर ने घट जाना है एक घट जाना है बट जी मेरी y है उसदे विच कोई फर्क नहीं आऊगा वो उसी तरीके नाल काम करूंगी। सो दिस इज आल्सो द जनरल एंड इंपोर्टेंट वन फॉर्मूला जो शायद आप याद करिए तो याद ना होवे बट इन्हों आप समझ के टेबल के अकॉर्डिंग करांगे तो कदे भुलांगे। क्लियर होया यस और नो यस और नो। हुण ये चीजां करन तो बाद हुण थोड़ी जी होर आपां चलदे हां कि मैनू तो ना मैंने प्रॉपरली सॉल्व करना है तुसीं जिहड़ी गल कर रहे सी वो भी दस दो कि इहनूं प्रॉपरली किवें सॉल्व कर सकदा है। मैनू तो फॉरवर्ड चाहीदा ही नहीं तो तुसीं इहनूं कर सकदे हो जी। देखो तुसीं फॉरवर्ड स्क्वायर खोलिया तो फॉरवर्ड स्क्वायर नूं मैंने एक फॉरवर्ड दे विच कन्वर्ट करता। हुण ये अगर मैं जनरली देखा तो ये चीज भी तो मेरे को y2 माइनस y1 के इक्वल है माइनस ये चीज भी तो मेरे को y1 माइनस y0 के इक्वल है। एम आई राइट और रॉन्ग एम आई राइट और रॉन्ग। तो ये चीज मेरे को किस इक्वल आ गई y2 माइनस 2y1 माइनस y0 प्लस y0 तो मतलब डेल्टा स्क्वायर y0 की कितने ना कितने वैल्यू ए भी है। मैम फिर तो जैसे क्यूब नु सॉल्व करांगे ਉਹਨੂੰ भी बहुत ਵਧੀਆ कर सकते हैं खोल के पूरा बिल्कुल कर सकते हो। पावर 4 ਨੂੰ भी कर सकते हो पावर 5 ਨੂੰ भी कर सकते हो जिन्ने मर्जी नु कर लो प्रॉब्लम नहीं है कोई जिन्ने मर्जी नु कर लो। क्यूब ਦਾ मैं ਤੁਹਾਡੇ सामने खोल के दिखा देंगी। मान लो मैंने दिता हुआ है फॉरवर्ड y क्यूब y0 तो ये मेरे को किवें ओपन हो गया ये मेरे को किवें ओपन हो गया y स्क्वायर होएगा पहला था एक स्टेप अगे गई है तां करके y1 आ गया। हुण जस्ट इस चीज नु ओपन कर रही हां तो मेरे को फॉरवर्ड y2 माइनस फॉरवर्ड y1 हो गया ठीक है। और जो इस चीज नु ओपन कर रही हां तो फॉरवर्ड y1 माइनस फॉरवर्ड y0 हो गया। पहला मैंने थोड़ा जिहा सॉल्व कर लैनी हां सॉल्व कीता तां मेरे को कितना आ गया 2 फॉरवर्ड y1 एंड प्लस फॉरवर्ड y0 आ चीज आ गई। चलो हुण इहदे विच जिहड़ा फॉरवर्ड लग्या होया ਉਹਨੂੰ भी सॉल्व कर लेना तो मेरे को कितना आ गया जी ਇਹਦਾ फॉरवर्ड खोलिया y3 माइनस y2 माइनस 2 y2 माइनस y1 और अगे खोलांगे तो y1 माइनस y0 तो जो मैं इन्हें सॉल्व कर दिया तो मेरे को कितना आ जाता है y3 माइनस 3y2 माइनस 3y2 प्लस 3y1 और उस तो बाद y0 तो एक चीज ऑब्जर्व की मेरे को यह बाइनोमियल नहीं बनती पई isn't बाइनोमियल जो मैं स्क्वायर खोल रही हूं उदों भी जिवें बाइनोमियल खुलदी है और जो मैं क्यूब खोल रही हूं उदों भी जिवें फार्मूला खुलदा हुंदा है बाइनोमियल खुलदी हुंदी है उवें ही खुल रही है। तो इन जनरल जड़ी है तुहाडे कोल बाइनोमियल ही बन रही है बस फर्क की है अल्टरनेट साइन में। इफ आई एम सेइंग कि मैंने पावर n खोलनी है y0 दी तो जिवें तुहाडी बाइनोमियल ओपन हुंदी है nc0 yn ठीक है nc1 yn माइनस 1 ठीक है उस तो बाद nc2 yn माइनस 2 एंड अप टू सो ऑन क्योंकि अल्टरनेट साइन माइनस 1 लेके चलना माइनस 1 की पावर n आऊगी एंड y मेरे को लास्ट दे विच की होगा नोट होगा NC n दे नाल। सो जिवें अपनी बाइनोमियल खुलदी है उवें ही अपना जिहड़ा फॉरवर्ड है वो ओपन हुंदा है इन सेम वे। अगर तुहाडे ये याद नहीं हुंदा तो बहुत वधिया सजेशन है 3-4 बारी खुद बनाओ कदे नहीं भुलोगे लाइफ टाइम नहीं भुलोगे ठीक है जी। क्लियर है उम्मीद है फॉरवर्ड जिहड़ा हैगा तुहाडे चंगी तरह क्लियर होया होगा। स्टिल फॉरवर्ड दे विच किते भी कोई भी डाउट हैगा तो तुसीं पुछ सकदे हो। एक चीज होर दा ध्यान रखो फॉरवर्ड दे विच आपां लास्ट टर्म दे विच जे मैं तुहानूं कहां कि मैं तो लास्ट टर्म दा फॉरवर्ड कढ के दिखाओ तो लास्ट टर्म दा फॉरवर्ड नहीं निकल सकदा क्योंकि ओदे नाल दा कोई डाटा अगे है ही नहीं मेरे को ठीक है। अगर तो थोड़ी अप टू इन्फिनिटी जा रही है तो टोटली डिफरेंट थिंग है वैसे हमने कुछ हुंदा नहीं। हुण जिवें इहदे विच मेरे कोल की है मेरा टेबल x4 ते स्टॉप कर रहा है इफ आई वांट टू फाइंड कि मैंने तो फॉरवर्ड y4 कट के दिखाओ अवेलेबल ही नहीं हैगा। देखो ध्यान नाल y3 ते ही रुक गया और अगली बारी y2 ते रुक गया अगली बारी y1 ते रुक गया तो कहने का मतलब वो चीज अवेलेबल नहीं तो तुसीं फाइंड आउट भी नहीं कर सकदे लास्ट टर्म इन द फॉरवर्ड। समझ आया
क्लियर होया। चलो, अगर तुहानू फॉरवर्ड क्लियर हो गया तो हुण ਵਧਾਈਆਂ ਹੁਣ ਤੁਹਾਡਾ ਬੈਕਵਰਡ ਵੀ ਮਿੰਟੋ ਮਿੰਟੀ क्लियर हो जाना है। ठीक है, सो फॉरवर्ड ਤੇ ਬੈਕਵਰਡ ਦੇ ਵਿੱਚ ਕੀ ਡਿਫਰੈਂਸ ਆ, ਹੁਣ ਆਪਾਂ ਗੱਲ ਕਰਾਂਗੇ ਸੈਕੰਡ ਡਿਫਰੈਂਸ ਦੀ which is known as backward difference। backward difference कोई फर्क नहीं है, बस ये अपने कोले फॉरवर्ड चलता सी, ये अपने कोल बैकवर्ड चलूगा। मैं बिल्कुल कंपेयर करके दसूंगी, बिल्कुल कंपेयर करके। आज ਜਿਹੜੀ मैं स्लाइड बनाई है ਇਹਦੇ ਉੱਪਰ ही मैं बैकवर्ड बनाऊंगी। ठीक है, सो ਇੱਥੇ मैं फॉरवर्ड ਨੂੰ ਕੱਟ ਕੇ ਹੁਣ ਇੱਥੇ ही मैं ਕੀ ਕਰ ਰਹੀ ਹਾਂ, बैकवर्ड कर रही। ठीक है, ਇਹਦਾ ਰੀਜ਼ਨ ਵੀ ਦੱਸਦੀ ਹਾਂ, ਫਿਰ ਤੁਹਾਡਾ ਕਲੀਅਰ ਬਹੁਤ ਅੱਛੇ ਤਰੀਕੇ ਨਾਲ ਹੋਊਗਾ। ਸੌਰੀ, ਡਿਫਰੈਂਸ ਹੀ ਲਿਖਤਾ, बैकवर्ड। ठीक है, बैकवर्ड डिफरेंसेस। ਹੁਣ बैकवर्ड डिफरेंसेस ਦਾ ਵਿੱਚ ਪਹਿਲੀ ਗੱਲ ਤਾਂ ਮੈਂ ਇੱਥੇ ਕਲੀਅਰ ਕਰਦਾ ਕਿ ਜਿਹੜੇ ਇਹ ਚਲੋ ਸਿੰਬਲਸ ਨੇ ਇਹਨਾਂ ਨੂੰ ਮੈਂ ਕਲੀਅਰ ਕਰਦੀ ਹਾਂ। ਚਲੋ ਇੱਥੇ ਤੱਕ ਪਹਿਲਾਂ ਆਪਾਂ ਦੋ ਰੋਜ਼ ਨੂੰ ਕਲੀਅਰ ਕਰਦੇ ਹਾਂ ਕਿ ਮੇਰੇ ਕੋਲ 110% ਉਵੇਂ ਹੀ ਕੁਛ ਨਾ ਕੁਛ x ਦੀਆਂ ਵੈਲਿਊਜ਼ ਹੋਣਗੀਆਂ, ਉਵੇਂ ਹੀ ਕੁਛ ਨਾ ਕੁਛ y ਦੀਆਂ ਵੈਲਿਊਜ਼ ਹੋਣਗੀਆਂ। ਉਵੇਂ ਹੀ ਅਗਰ ਮੈਂ x ਨੋਟ ਪੁੱਟ ਕਰਦੀ ਹਾਂ ਤਾਂ y ਨੋਟ ਆਊਗਾ, x1 ਪੁੱਟ ਕਰਦੀ ਹਾਂ ਤਾਂ y1 ਆਊਗਾ, x2 ਪੁੱਟ ਕਰਦੀ ਹਾਂ ਤਾਂ y2 ਆਊਗਾ। ਸਿਮਿਲਰਲੀ ਸਾਰਾ ਕੁਝ ਚੱਲੂਗਾ। ਠੀਕ ਹੈ, ਸੋ ਪਹਿਲੀ ਗੱਲ ਤੇ ਇਹਦੇ ਵਿੱਚ ਜਿਹੜਾ ਸਿੰਬਲ ਹੈ बैकवर्ड ਦਾ ਉਹ ਚੇਂਜ ਹੋ ਜਾਂਦਾ ਹੈ, ਉਹ ਡੈਲਟਾ ਦਾ ਸਿੰਬਲ ਨਹੀਂ ਰਹਿੰਦਾ, ਉਹ ਇਸ ਤਰੀਕੇ ਦਾ ਜਿਹੜਾ ਸਿੰਬਲ ਹੈ ਉਹ ਯੂਜ਼ ਕੀਤਾ ਜਾਂਦਾ ਹੈ ਬੈਕਵਰਡ ਦੇ ਵਿੱਚ। ਪਹਿਲੀ ਗੱਲ, ਠੀਕ ਹੈ, ਸੋ ਬੜੀ ਕਲੀਅਰ ਹੈ ਕਿ ਬੈਕਵਰਡ ਦੇ ਵਿੱਚ ਕੀ ਹੁੰਦਾ ਹੈ, ਇਹ ਵਾਲਾ ਸਿੰਬਲ ਯੂਜ਼ ਕੀਤਾ ਜਾਂਦਾ ਹੈ। ਦੂਸਰੀ ਗੱਲ ਕੀ ਹੈ ਕਿ ਜਦੋਂ ਆਪਾਂ y1 ਦੇ ਵਿੱਚੋਂ y ਨੋਟ ਮਾਈਨਸ ਕਰਦੇ ਸੀ ਤਾਂ ਮੇਰੇ ਕੋਲ ਫੋਰਵਰਡ ਨਿਕਲਦਾ ਸੀ। ਸਹੀ ਬੋਲਿਆ ਨਾ ਮੈਨੇ, ਕੁਝ ਗਲਤ ਨਹੀਂ ਬੋਲਿਆ ਕਿ ਜਦੋਂ ਆਪਾਂ y1 ਦੇ ਵਿੱਚੋਂ y ਨੋਟ ਮਾਈਨਸ ਕਰਦੇ ਸੀ ਤਾਂ ਮੇਰੇ ਕੋਲ ਕੀ ਆਉਂਦਾ ਸੀ, ਫੋਰਵਰਡ ਆਉਂਦਾ ਸੀ। ਬਟ ਹੁਣ ਬੈਕਵਰਡ ਕੀ ਆਊਗਾ, बैकवर्ड ਦੇ ਵਿੱਚ ਕਰਨਾ ਇਹੀ ਹੈ, करना मैंने माइनस ही है, पर मेरे को की आऊगा y1 आऊगा, बट मेरे को की आऊगा y1 आऊगा। बैकवर्ड y1 सिंपल, करना मैंने माइनस ही है, मैंने y1 ਦੇ ਵਿੱਚੋਂ y नोट माइनस ही करना है, मैंने y2 ਦੇ ਵਿੱਚੋਂ y1 ही माइनस करना है, और कुछ मैंने नहीं करना। मेरे को की आऊगा, मेरे को बैकवर्ड ਦੇ ਵਿੱਚ y1 ਆਊਗਾ। ਕਿਵੇਂ ਆਊਗਾ ਉਹ ਵੀ ਮੈਂ ਤੁਹਾਨੂੰ ਦੱਸ ਰਹੀ ਹਾਂ। ਦੇਖੋ ਪਹਿਲਾਂ ਤਾਂ ਮੈਂ ਸਾਰਾ ਕੁਝ ਕਰੈਕਟ ਕਰ ਲਾਂ ਕਿਉਂਕਿ ਹੁਣ ਆਪਾਂ ਬੈਕਵਰਡ ਦਾ ਟੇਬਲ ਬਣਾ ਰਹੇ ਹਾਂ। ਠੀਕ ਹੈ, ਸੋ ਇਹ ਸਾਰਾ ਕੁਝ ਮੈਨੇ ਕਰ ਦਿੱਤਾ ਇਰੇਜ਼, ਤੇ ਇੱਥੇ ਮੇਰੇ ਕੋਲ ਕੁਝ ਜਿਹੜੀਆਂ ਟਰਮਸ ਨੇ ਉਹ ਮੈਂ ਲਿਖਣੀਆਂ। ਸੋ ਇੱਥੇ ਮੇਰੇ ਕੋਲ ਕੀ ਆ ਗਿਆ, ਬੈਕਵਰਡ y2, ਬੈਕਵਰਡ y3, ਬੈਕਵਰਡ y4। ਬਸ ਇੰਨਾ ਫਰਕ ਪਿਆ। ਦੱਸੋ ਕੋਈ ਜ਼ਿਆਦਾ ਫਰਕ ਹੈਗਾ? ਨਹੀਂ ਨਾ। ਸਿਮਿਲਰਲੀ ਜਦੋਂ ਮੈਂ ਬੈਕਵਰਡ ਦੁਬਾਰਾ ਅਪਲਾਈ ਕਰ ਰਹੀ ਹਾਂ, बैकवर्ड चलो मैं सारे इरेज कर देनी है, कंफ्यूज नहीं होंगे तुसी। ਜਦੋਂ मैं बैकवर्ड दोबारा अप्लाई करूंगी तो उन्हें की हो जाना है, बैकवर्ड स्केयर हो जाना है ना। ਜਦੋਂ मैं बैकवर्ड दोबारा अप्लाई करूंगी मतलब जेकर मैं बैकवर्ड बाय 2 ਦੇ ਵਿੱਚੋਂ बैकवर्ड बाय 1 माइनस कर रही हां ਤਾਂ ਇਹਦਾ मतलब बैकवर्ड स्केयर हो गया, और बैकवर्ड स्केयर ਕਿਹਦਾ ਹੋਇਆ, बाय 2 ਦਾ ਹੋਇਆ। और ऊपर भी सिमिलरली ਇਹਨਾਂ ਦੋਨਾਂ ਦਾ माइनस ਕਰਾਂਗੇ ਤਾਂ बैकवर्ड बाय स्केयर बाय 3 हो जाऊगा, बैकवर्ड स्केयर बाय 4 हो जाऊगा। समझ रहे हो मेरी गल ਨੂੰ? ठीक है, ਹੁਣ ਇਹ ਚੀਜ਼ ਦੇ ਵਿੱਚ ਕਿੱਥੇ ਫਰਕ ਪਿਆ? ਮੈਮ ਤੁਸੀਂ ਕਹੋਗੇ ਫਰਕ ਤਾਂ ਪਿਆ ਹੀ ਨਹੀਂ, ਪਿਆ ਕਿੱਥੇ ਪਿਆ ਮੈਂ ਤੁਹਾਨੂੰ ਦੱਸਦੀ ਹਾਂ। ਠੀਕ ਹੈ ਜੀ, ਲੋ ਇਹ ਆਪਾਂ ਸਾਰਾ ਹੀ ਇਰੇਜ਼ ਕਰਤਾ। ਠੀਕ ਹੈ, ਸੋ ਇਹ ਮੇਰੇ ਕੋਲ ਆ ਗਿਆ। ਹੁਣ ਇਹਨੂੰ ਆਪਾਂ ਕਰ ਲੈਂਦੇ ਆ। ਇਹਨਾਂ ਦੋਨਾਂ ਦਾ ਜਦੋਂ ਮੈਂ ਮਾਈਨਸ ਕਰਾਂਗੀ ਤਾਂ ਮੇਰੇ ਕੋਲ ਬਣੇਗਾ बैकवर्ड क्यूब बाय 3, और ਜਦੋਂ ਮੈਂ ਇਹਨਾਂ ਦੋਨਾਂ ਦਾ ਮਾਈਨਸ ਕਰਾਂਗੀ ਤਾਂ ਮੇਰੇ ਕੋਲ ਬਣੇਗਾ बैकवर्ड 4 बाय 4, और ਇਹਨਾਂ ਦੋਨਾਂ ਦਾ ਜਦੋਂ ਮੈਂ ਮਾਈਨਸ ਕਰੂੰਗੀ ਤਾਂ बैकवर्ड 4 बाय 4। ठीक है, सो ਇੱਥੇ ਵੀ ਮੇਰੇ ਕੋਲ बैकवर्ड स्क्वायर ਦਾ ਸਿੰਬਲ ਲੱਗੂਗਾ, बैकवर्ड क्यूब ਦਾ ਸਿੰਬਲ ਲੱਗੂਗਾ, बैकवर्ड 4 ਦਾ ਸਿੰਬਲ ਲੱਗੂਗਾ। ਹੁਣ ਪ੍ਰੋਬਲਮ ਕਿੱਥੇ ਹੈ, ਫਰਕ ਕੀ ਪਿਆ? ਸਾਨੂੰ ਤਾਂ ਕੋਈ ਫਰਕ ਨਜ਼ਰ ਨਹੀਂ ਆ ਰਿਹਾ। ਜਿਹੜੇ ਸਾਥੀ ਨੂੰ ਇਹ ਫਰਕ ਨਜ਼ਰ ਆ ਗਿਆ ਕਿ ਜਿੱਥੇ ਮੈਡਮ ਪਹਿਲਾਂ ਫੋਰਵਰਡ ਜਾ ਰਹੇ ਸੀ, ਜਿੱਥੇ ਮੈਡਮ ਦਾ ਆਨਸਰ ਕਿਤੇ ਨਾ ਕਿਤੇ ਹਰ ਜਗ੍ਹਾ ਤੇ y ਨੋਟ ਆ ਰਿਹਾ ਸੀ, ਉੱਥੇ ਹੁਣ ਕੀ ਆ ਰਿਹਾ ਹੈ, y4 ਆ ਰਿਹਾ। ਮਤਲਬ ਉੱਥੇ ਜਿਹੜੀਆਂ ਵੈਲਿਊ ਸੀਗੀਆਂ ਉਹ y ਨੋਟ ਦੇ ਨਾਲ ਸੇਮ ਸੀ, ਇਹਨਾਂ ਵੈਲਿਊਜ਼ ਦੀ ਇੰਪੋਰਟੈਂਸ ਸੀ, ਹੁਣ ਇੱਥੇ ਇਹਨਾਂ ਵੈਲਿਊਜ਼ ਦੀ ਇੰਪੋਰਟੈਂਸ ਹੈ। ਮਤਲਬ ਕੀ ਹੋ ਗਿਆ, ਫੋਰਵਰਡ ਤੇ ਬੈਕਵਰਡ ਚ ਕੀ ਫਰਕ ਹੈ। ਇਫ ਆਈ ਵਾਂਟ ਟੂ ਫਾਈਂਡ बैकवर्ड y1 ਤਾਂ ਮੈਂ ਜਿੱਥੇ ਖੜੀ ਆ ਉਹ ਤੋਂ ਇੱਕ ਸਟੈਪ ਬੈਕ ਚਲੀ ਜਾਊਂਗੀ। ਦਿਸ ਇਜ਼ ਦ ਵੇ ਤੁਸੀਂ ਬੈਕਵਰਡ ਫਾਈਂਡ ਕਰਨਾ ਹੈ। ਔਰ ਜੇਕਰ ਮੈਂ ਇਹਦਾ ਹੀ ਫੋਰਵਰਡ ਫਾਈਂਡ ਕਰ ਰਹੀ ਹਾਂ ਤਾਂ ਮੈਂ ਪਹਿਲਾਂ ਇੱਕ ਸਟੈਪ ਅੱਗੇ ਜਾਊਂਗੀ, ਫਿਰ ਮੈਂ ਵਾਪਸ ਆਊਂਗੀ। ਦਿਸ ਇਜ਼ ਦ ਵੇ ਕਿ ਤੁਸੀਂ ਫੋਰਵਰਡ ਫਾਈਂਡ ਕਰਨਾ ਹੈ। देयर इज अ डिफरेंस बिटवीन फॉरवर्ड एंड बैकवर्ड। समझ आया? यस और नो? ਹੁਣ ਤੁਸੀਂ ਸੋਚੋਗੇ ਮੈਮ ਤੁਸੀਂ y ਨੋਟ ਦਾ ਬੈਕਵਰਡ ਕਿਉਂ ਨਹੀਂ ਕੱਢਿਆ? ਜਿਵੇਂ ਆਪਾਂ y4 ਦਾ ਫੋਰਵਰਡ ਨਹੀਂ ਕੱਢ ਸਕਦੇ ਸੀ, ਔਰ ਮੈਂ ਧਿਆਨ ਨਾਲ ਦੇਖੋ ਮੈਂ y ਨੋਟ ਦਾ ਬੈਕਵਰਡ ਨਹੀਂ ਕੱਢ ਸਕਦੀ ਕਿਉਂਕਿ ਮੇਰੇ ਕੋਲ ਐਗਜ਼ਿਸਟ ਹੀ ਨਹੀਂ ਕਰਦਾ। ਮੇਰੇ ਕੋਲ ਐਗਜ਼ਿਸਟ ਕਰੂਗਾ ਤਾਂ ਮੈਂ ਫਾਈਂਡ ਆਊਟ ਕਰੂੰਗੀ ਨਾ।
ਇੱਥੇ ਤਾਂ ਐਗਜ਼ਿਸਟ ਹੀ ਨਹੀਂ ਕਰ ਰਿਹਾ ਵਾਈ ਨੋਟ, ਠੀਕ ਹੈ, ਸਮਝ ਰਹੇ ਹੋ ਇਸ ਚੀਜ਼ ਨੂੰ। ਤਾਂ ਹੀ ਜਿਹੜਾ ਬੈਕਵਰਡ ਹੈ ਉਹ ਮੈਂ ਵਾਈ ਨੋਟ ਦਾ ਫਾइंड आउट नहीं कर सकती, क्योंकि सोच के देखो जिथे मैं खड़ी हाँ और तो एक स्टेप पीछे जाना है, पीछे तो फिर नेगेटिव च चला गया वैल्यू, वो तो रॉन्ग होगी, सारी इंटीजर्स होने चाहिए ने, मतलब नंबर्स होने चाहिए ने, तो की हो गया, गलत हो गया। समझ आया, समझ आया। ਉਸ ਤੋਂ ਬਾਅਦ ਹੁਣ ਜੇ ਮੈਂ ਤੁਹਾਨੂੰ ਕਹਾਂ ਕਿ ਮੈਨੇ ਤਾਂ ਬੈਕਵਰਡ 5 ਦਾ ਫਾइंड आउट करना है, ਤੁਸੀਂ ਕਹੋਗੇ ਹੁਣ ਅਸੀਂ ਸਮਝ ਗਏ ਜਿੱਥੇ ਮੈਂ ਖੜੀ ਹਾਂ ਉਸ ਤੋਂ ਇੱਕ ਸਟੈਪ ਪਿੱਛੇ, ਔਰ ਜਦੋਂ ਮੈਂ y ਦਾ ਫੋਰਵਰਡ 5 ਦਾ ਫੋਰਵਰਡ ਫਾइंड ਕਰਦੀ ਸੀ ਤੇ ਇੱਕ ਸਟੈਪ ਅੱਗੇ ਜਾਂਦੀ ਸੀ, ਉਸ ਤੋਂ ਬਾਅਦ ਪਿੱਛੇ ਆਉਂਦੀ ਸੀ। ਤਾਂ ਇਸ ਚੀਜ਼ ਨੂੰ ਜੇਕਰ ਆਪਾਂ ਜਨਰਲੀ ਰਿਪਰੈਜ਼ੈਂਟ ਕਰਦੇ ਹਾਂ ਕਿ ਬੈਕਵਰਡ ਫਾइंड ਕਰਨਾ ਹੈ yn ਦਾ, ਤਾਂ ਮੈਂ ਜਿੱਥੇ ਖੜੀ ਹਾਂ ਉਸ ਤੋਂ ਇੱਕ ਸਟੈਪ ਪਿੱਛੇ, मतलब n-1। दिस इज द जनरल फॉर्मूला फॉर बैकवर्ड ऑपरेटर। यस और नो, यस और नो। उम्मीद करदी हां ये दो चीजां क्लियर होईयां होणगीਆਂ। सेम कांसेप्ट ਜਿਹੜਾ ਹੈਗਾ ਉਹ ਸੈਕਿੰਡ ਆਪਰੇਸ਼ਨ ਦੇ ਉੱਪਰ ਵੀ ਲੱਗਦਾ ਹੈ। ਹੁਣ ਜੇਕਰ ਤੁਸੀਂ ਕਹੋਗੇ ਕਿ ਮੈਮ ਮੈਨੂੰ ਨਾ ਸੈਕਿੰਡ ਟਾਈਮ ਬੈਕਵਰਡ ਫਾइंड ਕਰਨਾ ਹੈ, ਦੋ ਵਾਰੀ ਬੈਕਵਰਡ ਫਾइंड ਕਰਨਾ, ਕੋਈ ਪ੍ਰੋਬਲਮ ਨਹੀਂ ਹੈ, ਬਾਈ ਨੋਟ ਦਾ ਤਾਂ ਚਲੋ ਹੋ ਹੀ ਨਹੀਂ ਸਕਦਾ, ਕੋਈ ਪ੍ਰੋਬਲਮ ਨਹੀਂ ਹੈ। ਤੁਸੀਂ ਜਿੱਥੇ ਖੜੇ ਹੋ ਉਸ ਤੋਂ ਇੱਕ ਸਟੈਪ ਪਿੱਛੇ ਚਲੇ ਜਾਓ, ਠੀਕ ਹੈ, ਬਟ ਕਿਉਂਕਿ ਦੋ ਵਾਰੀ ਲੱਗਿਆ ਹੋਇਆ ਸੀ ਤੇ ਇੱਕ ਵਾਰੀ ਤਾਂ ਇੱਥੇ ਵੀ ਲੱਗੂਗਾ, ਹਨਾ। ਹੁਣ ਇਹਨੂੰ ਦੁਬਾਰਾ ਖੋਲਾਂਗੇ ਤੇ ਜਿੱਥੇ ਮੈਂ ਖੜੀ ਹਾਂ ਉਹਦਾ ਹੋ ਜਾਊਗਾ। ਹੁਣ y ਨੋਟ ਦਾ ਤਾਂ ਹੁੰਦਾ ਨਹੀਂ, ਇੱਥੇ ਫਿਰ ਪ੍ਰੋਬਲਮ ਆ ਗਈ, ਕਿਉਂਕਿ ਮੇਰੇ ਕੋਲ y1 ਦਾ ਸਕੁਅਰ ਵੀ ਨਹੀਂ ਹੁੰਦਾ। ਦੇਖੋ ਵਾਪਸ ਜਾਓ ਟੇਬਲ ਦੇ ਵਿੱਚ, y1 ਦਾ ਤਾਂ ਸਕੁਅਰ ਹੀ ਨਹੀਂ, y2 ਦਾ ਸਕੁਅਰ ਹੈ। ਤੇ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਣਾ, ਠੀਕ ਹੈ ਜੀ, ਕਲੀਅਰ ਹੈ, ਕਰ ਲਓਗੇ ਸੋਲਵ ਇਸ ਨੂੰ। ਚਲੋ ਤਾਂ ਉਸੇ ਤਰੀਕੇ ਨਾਲ ਆਪਣੇ ਕੋਲੇ ਕੀ ਹੁੰਦੀ ਹੈ, ਅਗਰ ਤੁਸੀਂ ਗੱਲ ਕਰੋ ਇਹਨੂੰ, ਜੇਕਰ ਮੈਂ ਪਾਵਰ ਦੀ ਗੱਲ ਕਰਾਂ ਸੇਮ ਵੇ ਨਾਲ ਇੱਥੇ ਪਾਵਰ ਵੀ ਓਪਨ ਹੁੰਦੀ ਹੈ। ਅਗਰ ਮੈਂ ਕਹਾਂ ਕਿ ਮੇਰੇ ਕੋਲ बैकवर्ड सेम सारा कुछ है, बस बैकवर्ड आ जाऊगा। अगर मैं कहा कि मेरे को बैकवर्ड है और yn है तो तुम कहोगे मैम बैकवर्ड से तो कोई फर्क नहीं पैंदा, एक पावर घट हो जूगी। बिल्कुल सही कह रहे हो, बैकवर्ड कोई नहीं फर्क पैंदा, एक पावर घट हो जूगी। बस इत्थे मेरे को की आऊगा, जो मेरे को बैकवर्ड का फॉर्मूला है वो अप्लाई होगा। दिस इज द जनरल फॉर्मूला फॉर द बैकवर्ड ऑपरेटर, ठीक है, क्लियर है, बिल्कुल सेम है, बिल्कुल सेम। ओमी उत्थे बाइनोमियल लग रही है, ओमी सारा कुछ हुंदा है, A to Z बिल्कुल सेम है, ठीक है जी, क्लियर है। सो अज की क्लास ਦੇ ਵਿੱਚ ਇੰਨਾ ਹੀ ਕਰਦੇ ਆ। फॉरवर्ड ऑपरेटर अपना हो गया, बैकवर्ड हो गया, तो हले ये ना सोचो कि अपना टॉपिक कंप्लीट हो गया इंटरपोलेशन का, नहीं। एक्सरसाइज ਦੇ ਵਿੱਚ हले ਤੁਹਾਡਾ शिफ्ट ऑपरेटर ਪਿਆ, सेंटर्ड ऑपरेटर ਪਿਆ, ठीक है, और मीन ऑपरेटर ਪਿਆ, ਤਾਂ ਉਹ ਸਾਰਾ ਕੁਝ ਕਰਾਂਗੇ, ਉਹਨਾਂ ਦੇ ਰਿਲੇਸ਼ਨ ਪਏ ਨੇ ਉਹ ਕਰਾਂਗੇ, ਫਿਰ ਉਸ ਤੋਂ ਬਾਅਦ ਅੱਗੇ ਵਧਾਂਗੇ। ਜੇ ਤੁਹਾਨੂੰ ਕਲਾਸ ਪਸੰਦ ਆਂਦੀ ਹੈ ਤਾਂ ਪਲੀਜ਼ ਇਸ ਨੂੰ ਮੈਕਸਿਮਮ ਲਾਈਕ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ ਤੇ ਸਬਸਕ੍ਰਾਈਬ ਵੀ ਕਰ ਦਿਓ। ਉਮੀਦ ਕਰਦੀ ਹਾਂ ਤੁਹਾਡਾ ਫॉरवर्ड ਤੇ बैकवर्ड ਜਿਹੜਾ ਆਪਰੇਟਰ ਹੈ ਉਹ ਕਲੀਅਰ ਹੋਇਆ ਹੋਊਗਾ। ਜੇ ਨਹੀਂ ਹੋਇਆ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ, ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਹਾਂਜੀ ਮੈਮ ਨਹੀਂ ਹੋਇਆ, ਆਪਾਂ ਉਸ ਨੂੰ ਦੁਬਾਰਾ ਡਿਸਕਸ ਕਰ ਲਾਂਗੇ, ਠੀਕ ਹੈ ਜੀ, ਕਲੀਅਰ ਹੈ। ਤੁਹਾਡਾ ਸਾਰਿਆਂ ਦਾ ਮੈਂ ਹੋਮਵਰਕ ਦੇ ਕੇ ਜਾ ਰਹੀ ਹਾਂ। ਤੁਹਾਨੂੰ ਕੀ ਹੋਮਵਰਕ ਦੇ ਕੇ ਜਾ ਰਹੀ ਹਾਂ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਫਾਰਮੂਲਾ ਫॉरवर्ड ਦਾ ਹੈ, ਭਾਵੇਂ ਤੁਸੀਂ बैकवर्ड ਦਾ, ਭਾਵੇਂ ਤੁਸੀਂ ਕੀ ਕਰਨਾ ਹੈ बैकवर्ड ਦਾ ਜਿਹੜਾ ਫਾਰਮੂਲਾ ਹੈ ਉਹ ਤੁਸੀਂ ਫਾइंड आउट ਕਰਕੇ ਦੱਸਣਾ ਮੈਨੂੰ ਕਿ ਕੀ ਹੋਊਗਾ ਬਾਇਨੋਮੀਅਲ ਦਾ, ਠੀਕ ਹੈ। ਸੋ ਇਹ ਤੁਹਾਡਾ ਸਾਰਿਆਂ ਦਾ ਹੋਮਵਰਕ ਹੈ, ਕਮੈਂਟ ਸੈਕਸ਼ਨ ਸਾਰਿਆਂ ਨੇ ਭਰ ਦੇਣਾ ਇਹਦੇ ਨਾਲ। ਓਕੇ, ਟੇਕ ਕੇਅਰ, स्वीट ड्रीम, बाय बाय।